ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੇ ਵਿੱਚ ਮਾਣ ਮਰਿਆਦਾ, ਗੁਰਮਤਿ ਸਿਧਾਂਤ, ਸਾਡੀਆਂ ਪਰੰਪਰਾਵਾਂ, ਸਾਡਾ ਇਤਿਹਾਸ ਬਹੁਤ ਵੱਡੀ ਮਹਾਨਤਾ ਰੱਖਦਾ ਹੈ, ਕਿਉਂਕਿ ਇਹ ਸਾਰੇ ਧਰਮਾਂ ਨਾਲੋਂ ਵਿਲੱਖਣ ਧਰਮ ਹੈ, ਨਿਰਾਲਾ ਧਰਮ ਹੈ, ਨਿਆਰਾ ਧਰਮ ਹੈ। ਇਹਦੀਆਂ ਸੋਚਾਂ ਵੀ ਤੇ ਇਹਦੀਆਂ ਵਿਧੀਆਂ ਵੀ, ਇਹਦੇ ਸਿਧਾਂਤ ਵੀ ਦੁਨੀਆ ਨਾਲੋਂ ਨਵੇਕਲੇ। ਹਰ ਧਰਮ ਦਾ ਵਿਅਕਤੀ ਜਿਹੜਾ ਹੈ ਉਹ ਆਪਣੇ ਧਰਮ ਵਾਸਤੇ ਮਰ ਮਿਟਣ ਲਈ ਤਿਆਰ ਹੋ ਜਾਂਦਾ ਹੈ। ਖਾਸ ਕਰਕੇ ਸਿੱਖ ਧਰਮ ਜਿਹੜਾ ਇਹਦਾ ਕੋਈ ਵੀ ਸਿੱਖ ਸੋਚ ਵਾਲਾ ਜਾਂ ਗੁਰੂ ਨਾਨਕ ਨਾਮ ਲੈਵਰ ਦਾ ਉਪਾਸ਼ਕ ਹੈ, ਉਹ ਆਪਣੇ ਧਰਮ ਦੇ ਉੱਤੇ ਕਦੀ ਕੋਈ ਵਾਰ ਹੋ ਜਾਏ, ਛੋਟੀ ਮੋਟੀ ਗੱਲ ਹੋ ਜਾਏ ਜਾਂ ਕੋਈ ਐਸਾ ਭਾਣਾ ਵਰਤ ਜੇ ਜਿਹਦੇ ਨਾਲ ਸਾਡੀ ਆਤਮਾ ਕਲਪ ਜਾਵੇ, ਸਾਡਾ ਮਨ ਜਿਹੜਾ ਉਹ ਦੁਖੀ ਹੋ ਜਾਵੇ, ਸਾਡੀ ਜਿਹੜੀ ਸ਼ਾਨ ਨੂੰ ਫਰਕ ਪੈ ਜੇ, ਸਾਡੇ ਗੁਰੂ ਦੇ ਅਸਥਾਨ ਨੂੰ ਫਰਕ ਪੈ ਜੇ, ਉਹਦੇ ਵਾਸਤੇ ਇੱਕ ਜ਼ਿੰਦਗੀ ਮੌਤ ਅਸੀਂ ਸਮਝਦੇ। ਬੜਾ ਅਫਸੋਸ ਹੈ ਕਿ ਲੰਬੇ ਸਮੇਂ ਤੋਂ ਇਹ ਘਟਨਾਵਾਂ ਜਿਹੜੀਆਂ ਥਾਂ ਥਾਂ ਦੇ ਉੱਤੇ ਵਾਪਰਦੀਆਂ, ਪਰ ਚਿੰਤਾ ਇਸ ਗੱਲ ਦੀ ਹੈ ਕਿ ਬਹੁਤੀਆਂ ਘਟਨਾਵਾਂ ਸ਼ਰਾਰਤੀ ਲੋਕ ਜਾਂ ਮੈਨੂਪਲੇਟਡ ਲੋਕ ਜਾਂ ਏਜੰਸੀਆਂ ਸਰਕਾਰਾਂ ਦੇ ਹੱਥਾਂ 'ਚ ਖੇਡ ਕੇ ਉਹ ਉਸ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ, ਉਸ ਧਰਮ ਦੇ ਉੱਤੇ ਵਾਰ ਕਰ ਰਹੀਆਂ ਜਿਹੜੇ ਧਰਮ ਨੂੰ ਦੁਨੀਆ ਭਰ ਵਿੱਚ ਬਹੁਤ ਉੱਚਾ ਤੇ ਸੁੱਚਾ ਧਰਮ ਮੰਨਿਆ ਜਾਂਦਾ ਹੈ। ਕਦੀ ਸਾਡੀ ਪੁਸ਼ਾਕ ਤੇ, ਕਦੀ ਸਾਡੇ ਸਿਧਾਂਤ ਤੇ, ਕਦੀ ਸਾਡੇ ਕਕਾਰਾਂ ਤੇ, ਕਦੀ ਸਾਡੇ ਗੁਰਧਾਮਾਂ ਤੇ, ਕਦੀ ਸਾਡੇ ਗੁਰੂ ਅਸਥਾਨ ਤੇ। ਇਹ ਸਾਰੀਆਂ ਵਾਰ ਵੱਖ-ਵੱਖ ਤਰ੍ਹਾਂ ਦੇ ਨਾਲ ਐਸੀਆਂ ਹਰਕਤਾਂ ਕਰਕੇ ਉਹ ਸਾਨੂੰ ਬਹੁਤ ਵੱਡੀ ਪੀੜਾ ਦਿੰਦੇ। ਚਿੰਤਾ ਇਸ ਗੱਲ ਦੀ ਹੈ ਵੀ ਇਹ ਪੈਦਾ ਕੌਣ ਕਰ ਰਿਹਾ। ਹੁਣ ਜਿਹੜੀ ਮੈਂ ਇੱਥੋਂ ਗੱਲ ਸੋਚ ਰਹੀ ਹਾਂ, ਮੈਂ ਆ ਕੇ ਸਾਰਾ ਸਟੱਡੀ ਕੀਤਾ, ਮੈਂ ਸੁਣਿਆ, ਮੈਂ ਵੀ ਸੀ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿਉਂਕਿ ਮੈਂ ਕੁਝ 2 ਦਿਨ ਠੀਕ ਨਹੀਂ ਸੀ। ਅੱਜ ਵੀ ਉਚੇਚੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਈ ਹਾਂ ਵੀ ਉਹ ਜਗ੍ਹਾ ਦੇ ਉੱਤੇ ਕਿੱਥੇ ਬੈਠਾ ਸੀ, ਉਹਨੇ ਹਰਕਤ ਕਿੱਦਾਂ ਕੀਤੀ। ਜਦੋਂ ਕਿ ਮਨਾਹੀ ਹੈ ਕਿ ਅੰਦਰ ਕੋਈ ਸਿਗਰਟ ਲੈ ਕੇ ਨਹੀਂ ਜਾ ਸਕਦਾ, ਬੀੜੀ ਪੀ ਨਹੀਂ ਸਕਦਾ, ਤੰਬਾਕੂ ਨਹੀਂ ਲੈ ਸਕਦਾ, ਜਰਦਾ ਨਹੀਂ ਜਾ ਸਕਦਾ, ਨਸ਼ਾ ਕੋਈ ਨਹੀਂ ਜਾ ਸਕਦਾ। ਪਰ ਸਾਡੀ ਕਿਉਂਕਿ ਇਹ ਸਿੱਖ ਧਰਮ ਦੇ ਵਿੱਚ ਕੋਈ ਕਦੀ ਕਿਸੇ ਦੀ ਤਲਾਸ਼ੀ ਲੈ ਕੇ ਅੰਦਰ ਨਹੀਂ ਭੇਜਦਾ। ਕੋਈ ਹੋਵੇ, ਕੋਈ ਸ਼ਰਧਾਲੂ ਆਵੇ, ਕਿਸੇ ਧਰਮ ਦਾ ਆਵੇ, ਸਿਰਫ ਉਹਦੇ ਪੈਰ ਨੰਗੇ ਹੋਣੇ ਚਾਹੀਦੇ ਹੈ, ਜੋੜਾ ਨਹੀਂ ਪਹਿਨਿਆ ਹੋਣਾ ਚਾਹੀਦਾ, ਉਹਦਾ ਸਿਰ ਢੱਕਿਆ ਹੋਣਾ ਚਾਹੀਦਾ ਤੇ ਉਹ ਮਾਣ ਮਰਿਆਦਾ ਦੇ ਨਾਲ ਅੰਦਰ ਬੜੀ ਸ਼ਾਂਤੀ ਨਾਲ ਪ੍ਰਵੇਸ਼ ਹੋਵੇ। ਆਮ ਤੌਰ ਦੇ ਉੱਤੇ ਅਸੀਂ ਇਹ ਸ਼ਰਧਾ ਤੇ ਸਤਿਕਾਰ ਦੇ ਨਾਲ ਉੱਥੇ ਜਾ ਕੇ ਪੇਸ਼ ਹੋਵੇ, ਅਰਦਾਸ ਕਰੇ, ਗੁਰੂ ਪਾਤਸ਼ਾਹ ਦੀ ਸ਼ੁਕਰਾਨਾ ਕਰੇ, ਅਰਦਾਸ ਆਪਣੀ ਉਹਦੇ ਭੇਟਾ ਕਰੇ ਤੇ ਸੰਬੰਧ ਕਰਨਾ, ਇਹ ਸਾਡੀ ਜਿਹੜੀ ਇਸ਼ਟ ਬਣਿਆ ਹੋਇਆ। ਪਰ ਤਕਲੀਫ ਹੋਈ ਇਸ ਗੱਲ ਦੀ ਕਿ ਉਹ ਵਿਅਕਤੀ ਜਿਹੜਾ ਕਿ ਤਫਦੀਸ਼ ਵਿੱਚ ਜੋ ਅੱਜ ਤੱਕ ਸਾਡੇ ਨਾਲ ਸਾਥੀ ਜਿਹੜੇ ਬੈਠੇ ਹੈ, ਉਹਨਾਂ ਨੇ ਕੱਢੀ ਹੈ ਗੱਲ ਕਿ ਉਹ ਕਹਿੰਦਾ ਕਿ ਮੈਂ ਅੰਮ੍ਰਿਤ ਵੀ ਛਕਿਆ। ਜੇ ਅੰਮ੍ਰਿਤ ਛਕਿਆ ਸੀ ਉਹਦੇ ਕਕਾਰ ਕਿੱਥੇ ਸੀ? ਜੇ ਅੰਮ੍ਰਿਤ ਛਕਿਆ ਸੀ ਤੇ ਉਹ ਸਿਰ ਤੇ ਪਟਕਾ ਪਰਨਾ ਬਣ ਕੇ ਆਇਆ ਜਾਂ ਰੁਮਾਲ ਬਣ ਕੇ ਆਇਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ 12 ਵਜੇ ਦਾ ਪਾਰਕ 'ਚ ਪਹੁੰਚ ਗਿਆ ਤੇ 3 ਵਜੇ ਉੱਥੇ 2-2.5 ਘੰਟੇ ਗੱਡੀ ਵਿੱਚ ਸੁੱਤਾ ਰਿਹਾ, ਫਿਰ ਉੱਥੇ ਬੈਠ ਗਿਆ, ਬੜੀ ਸ਼ਰਧਾ ਨਾਲ ਬੈਠਾ ਰਿਹਾ ਆਪਣੇ ਵੱਲੋਂ, ਕਿਉਂਕਿ ਅਸੀਂ ਤਾਂ ਇਹੀ ਸੋਚਦੇ ਕਿ ਬੰਦਾ ਹੱਥ ਜੋੜ ਕੇ ਬੈਠਾ ਹੋਇਆ, ਕਿਸੇ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ। ਹੁਣ ਅਸੀਂ ਅੰਦਰ ਗਏ ਹਾਂ, ਕਿਸੇ ਦਾ ਸ਼ੱਕ ਥੋੜ੍ਹਾ ਸਾਨੂੰ ਅੰਦਰ ਕੌਣ ਬੈਠਾ ਕੌਣ ਨਹੀਂ ਬੈਠਾ। ਤੇ ਬੈਠਾ ਬੈਠਾ ਜਦੋਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਦਾ ਸਰੂਪ ਆਉਂਦਾ ਹੈ, ਸੰਗਤਾਂ ਪਿੱਛੇ ਹਟ ਜਾਂਦੀਆਂ ਤੇ ਪਿੱਛੋਂ ਆ ਕੇ ਨਾਲ ਚੱਲਦੀਆਂ। ਜੋ ਉਹਨੇ ਕਾਰਾ ਕੀਤਾ ਉਹ ਕਾਨੂੰਨੀ ਹਰਕਤ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਇਹੀ ਕਾਰਨ ਹੈ ਨਾ ਅਸੀਂ ਸੋਚਦੇ ਹਾਂ ਵੀ ਇਹ ਮਾੜਾ ਕੀਤਾ ਉਹਨੇ। ਪਰ ਮੈਂ ਫਿਰ ਵੀ ਸੰਗਤ ਦੀ ਤੇ ਸੇਵਾਦਾਰਾਂ ਦੀ ਸ਼ਾਬਾਸ਼ ਕਹਿੰਦੀ ਹੈ ਜਿਨ੍ਹਾਂ ਨੇ ਮੌਕੇ ਤੇ ਫੜ ਲਿਆ। ਜੋ ਸ਼ਰਾਰਤ ਕਰਕੇ ਚਲਾ ਜਾਂਦਾ, ਬਾਅਦ ਵਿੱਚ ਪਤਾ ਲੱਗਦਾ ਤੇ ਸ਼ਾਇਦ ਇੱਕ ਦੂਜੇ ਨੂੰ ਅਸੀਂ ਪੰਬਲ ਪੁੱਸੇ 'ਚ ਪੈ ਜਾਣਾ ਸੀਗਾ ਵੀ ਇਹਨਾਂ 'ਚੋਂ ਕੌਣ ਹੈ, ਇਹਨਾਂ 'ਚੋਂ ਕੌਣ ਨਹੀਂ। ਤੇ ਮੌਕੇ ਤੇ ਫੜ ਲੈਣਾ ਤੇ ਉਹਨੂੰ ਜਾ ਕੇ ਬਾਹਰ ਕੁਟਾਪਾ ਚਾੜ ਕੇ ਪੁਲਿਸ ਨੂੰ ਦੇ ਦੇਣਾ। ਜੋ ਇਹਨਾਂ ਦਾ ਕੰਮ ਸੀ ਉਹ ਇਹਨਾਂ ਨੇ ਕਰ ਲਿਆ, ਕਿਉਂਕਿ ਅਸੀਂ ਉੱਥੇ ਕਤਲ ਨਹੀਂ ਕਰ ਸਕਦੇ, ਲਾਅ ਐਂਡ ਆਰਡਰ ਨੂੰ ਹੱਥ 'ਚ ਨਹੀਂ ਲੈ ਸਕਦੇ, ਅਸੀਂ ਉਹਨੂੰ ਕੋਈ ਅੰਦਰ ਬੰਦੀ ਨਹੀਂ ਬਣਾ ਸਕਦੇ। ਲਾਅ ਐਂਡ ਆਰਡਰ ਹੈ, ਤੁਸੀਂ ਵੀ ਸਾਰੇ ਸਿਆਣੇ ਹੋ। ਜੋ ਡਿਊਟੀ ਬਣਦੀ ਸੀ ਸੇਵਾਦਾਰਾਂ ਦੀ ਜਾਂ ਸੰਗਤ ਦੀ, ਉਹਨਾਂ ਨੇ ਆਪਣੀ ਡਿਊਟੀ ਪੂਰੀ ਕੀਤੀ। ਹੁਣ ਅੱਗੇ ਸਟੈਪ ਇਹ ਆਉਂਦਾ ਹੈ ਕਿ ਜਿਹੜਾ ਇਹਨਾਂ ਨੇ ਕੱਢਿਆ ਉੱਥੇ, ਜਿਹੜੇ ਬੈਠ ਕੇ ਉੱਥੇ ਸੁਣਦੇ ਆ ਤਫਤੀਸ਼ ਵਿੱਚ, ਕਿਉਂਕਿ ਅਸੀਂ ਸੁਣ ਹੀ ਸਕਦੇ ਹਾਂ, ਜੋ ਮੈਥਡਸ ਅਪਣਾਣੇ ਹੈ ਉਹ ਸਰਕਾਰ ਨੇ ਅਪਣਾਣੇ।
ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ ਉਸ ਪਾਸੇ ਵੱਲ ਨੂੰ ਨਹੀਂ ਜਾ ਰਹੀ ਕਿ ਜਿਹੜਾ ਪਾਸੇ 'ਚੋਂ ਇਹ ਜਦੋਂ ਵੀ ਜੌਲੀਆਂ ਪਿੰਡ ਮੈਂ ਗਈ ਉੱਥੇ ਮੈਂ ਪਤਾ ਕੀਤਾ ਵੀ ਇਹ ਬੀਬੀ ਜਿਹੜੀ ਸੀ ਉਹਨੇ ਕੀ ਘਟਨਾ ਕੀਤੀ। ਕਹਿੰਦੇ ਜੀ ਬੀਬੀ ਕਹਿੰਦੀ ਹੈ ਪਹਿਲਾਂ ਇੱਕ ਤੇ ਸਰਕਾਰ ਨੇ ਇੱਕ ਮੈਥਡ ਅਪਣਾ ਲਿਆ ਕਿ 5 ਬੰਦੇ ਆ ਜਾਓ ਤੁਹਾਡੇ ਸਾਹਮਣੇ ਅਸੀਂ ਇੰਟਰੋਗੇਟ ਕਰਦੇ ਹਾਂ, ਕਿਉਂਕਿ ਇਹਨਾਂ ਨੂੰ ਹਦਾਇਤਾਂ ਇਟ ਮੀਨਸ ਕਿ ਸਰਕਾਰਾਂ ਵੱਲੋਂ ਹਦਾਇਤਾਂ ਇਸ ਤਰੀਕੇ ਦੀਆਂ ਹੋ ਗਈਆਂ ਕਿ ਇਹ ਗੋਂਗਲੂਆਂ ਵਾਂਗੂ ਮਿੱਟੀ ਝਾੜ ਕੇ ਤੇ ਸਾਡੇ ਜ਼ਖਮ ਜਿਹੜੇ ਆ ਉਹਨੂੰ ਭਰਨ ਦੀ ਕੋਸ਼ਿਸ਼ ਨਹੀਂ ਕਰਦੇ, ਜ਼ਖਮ ਜਿਹੜੇ ਹੋਰ ਗਹਿਰੇ ਕਰਦੇ ਆ। ਜਿਹੜੀ ਸਰਕਾਰ ਦੀ ਚਾਲ ਜਾਂ ਪ੍ਰਸ਼ਾਸਨ ਦੀ ਚਾਲ ਹੈ ਉਹ ਤੋਂ ਮੈਨੂੰ ਤੱਤ ਨਿਕਲਦਾ। ਉਹਦਾ ਕਾਰਨ ਕੀ ਹੈ? ਉਹ ਵੀ ਬੀਬੀ ਨੂੰ ਮੈਂ ਪੁੱਛਿਆ ਕਿ ਉਹਨੇ ਕੀ ਕਿਹਾ। ਪੰਜ ਸਿੰਘ ਕਹਿੰਦੇ ਜੀ ਸਾਡੀ ਸੰਤੁਸ਼ਟੀ ਇਸ ਲਈ ਹੋ ਗਈ। ਬੀਬੀ ਕਹਿੰਦੀ ਮੈਂ ਦੁਖੀ ਬੜੀ ਸੀ, ਮੈਂ ਦਵਾਈ ਖਾਧੀ ਸੀ, ਮੈਂ ਅਰਦਾਸਾਂ ਬੜੀਆਂ ਕਰਦੀ ਸੀ, ਗੁਰੂ ਨੇ ਮੇਰੀ ਸੁਣੀ ਨਹੀਂ, ਮੈਨੂੰ ਗੁੱਸਾ ਹੀ ਆ ਗਿਆ ਤੇ ਤਾਂ ਮੈਂ ਅੱਗ ਲਾਤੀ। ਦੇਖੋ ਤੁਸੀਂ ਇਹ ਕੋਈ ਹੈ ਗੱਲ? ਮੈਂ ਅਰਦਾਸਾਂ ਬੜੀਆਂ ਕਰਦੀ ਸੀ, ਮੈਂ ਅੱਗ ਲਾਤੀ, ਬਸ ਇਹ ਤੋਂ ਅੱਗੇ ਕਹਾਣੀ ਕੋਈ ਨਹੀਂ। ਹੁਣ ਜਿਹੜੀ ਅੱਜ ਦੀ ਘਟਨਾ ਹੈ ਉਹ ਵੀ ਇਹਦੀ ਬਾਪ ਤੇ ਮਾਂ ਜਿਹੜੇ ਉਹ ਸਰਸੇ ਨਾਲ ਜੁੜੇ ਹੋਏ ਆ। ਉਹਨੇ ਮੰਨਿਆ ਕਿ ਮੇਰੇ ਬਾਪ ਜਿਹੜਾ ਉਹ 7 ਮੈਂਬਰੀ ਕਮੇਟੀ ਦਾ ਮੈਂਬਰ ਹੈ। ਇਹਦਾ ਮਤਲਬ ਸੂਈ ਉਧਰ ਨੂੰ ਜਾਂਦੀ ਹੈ। ਇਹਦਾ ਸਹੁਰਾ ਤੇ ਸੱਸ ਜਿਹੜੀ ਹੈ ਉਹ ਵੀ ਉੱਥੇ ਦੀ ਪਾਸ਼ਕ ਹੈ ਔਰ ਇਹਦਾ ਵਿਆਹ ਵੀ ਉਸ ਡੇਰੇ 'ਚ ਹੁੰਦਾ। ਫਿਰ ਡੇਰੇ ਦਾ ਮਾਲਕ ਜਿਹੜਾ ਬਾਬਾ ਉਹ PhD ਕੁੜੀ ਦੇ ਨਾਲ ਇੱਕ 5 ਪੜ੍ਹੇ ਬੰਦੇ ਨਾਲ ਵਿਆਹ ਕਰਾਉਂਦੇ ਆ। ਹੁਣ ਇੱਥੋਂ ਦੇਖੋ ਵੀ ਇਹਦਾ ਮਤਲਬ ਕਿ ਉਹ ਇੱਕ ਐਸੀ ਏਜੰਸੀ ਹੈ, ਐਸੀ ਸੰਸਥਾ ਹੈ ਜਿਸ ਏਜੰਸੀ ਨੇ ਇਹ ਬੰਦੇ ਜਿਹੜੇ ਪਾਲਣੇ ਸ਼ੁਰੂ ਕਰ ਦਿੱਤੇ ਹੈ ਜਾਂ ਹਿਪਨੋਟਾਈਜ਼ ਕਰਕੇ ਜਾਂ ਕੋਈ ਐਸੀ ਸਟੱਡੀ ਕਰਾ ਕੇ ਕਿ 4-5 ਸਾਲ ਉਹਨੂੰ ਐਸੀਆਂ ਦਵਾਈਆਂ ਖਵਾ ਕੇ ਬਹਾਨਾ ਇੱਕ ਹੈਗਾ ਕਿ ਉਹ ਦਵਾਈਆਂ ਖਵਾਨੇ ਹੈ, ਉਹ ਪਾਗਲ ਹੈ, ਇਸ ਕਰਕੇ ਪਾਗਲਪਨ 'ਚ ਕਰ ਗਿਆ। ਜੋ ਪਾਗਲ ਹੈ ਤੇ ਆਪਣੀ ਜਨਾਨੀ ਨੂੰ ਕਿਉਂ ਨਹੀਂ ਕੁਛ ਕਹਿੰਦਾ? ਜੋ ਪਾਗਲ ਹੈ ਤੇ ਮੰਦਿਰ ਵਿੱਚ ਜਾ ਕੇ ਕਿਉਂ ਨਹੀਂ ਕੀਤਾ? ਜੋ ਪਾਗਲ ਹੈ ਤੇ ਕਿਸੇ ਮਸਜਿਦ ਵਿੱਚ ਕਿਉਂ ਨਹੀਂ ਗਿਆ? ਪਾਗਲ ਹੈ ਤੇ ਉਹਨੇ ਪੂਰੇ ਸੱਚ ਦੇ ਘਰ ਵਿੱਚ ਸੱਚ ਦੇ ਸਰੂਪ ਵਿੱਚ ਆ ਕੇ ਕਰਨੀ। ਸੋ ਇਹ ਚਿੰਤਾ ਦਾ ਵਿਸ਼ਾ, ਜਿਹੜੀ ਸਾਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਦੇਖੋ ਅਸੀਂ ਨਾ ਤੇ ਮੈਂ ਮੀਡੀਆ ਕਰਕੇ ਇਹ ਗੱਲ ਕਹਿ ਰਹੀ ਕਿ ਮੀਡੀਆ 'ਚ ਮੈਂ ਬੜਾ ਸੱਚਾ ਹੋਣਾ ਚਾਹੁੰਦੀ ਹਾਂ ਜਾਂ ਕੀ ਹੈ, ਮੈਨੂੰ ਅੰਦਰੋਂ ਦੁੱਖ ਹੈ ਕਿ ਸਰਕਾਰ ਜਿਹੜੀ ਹੈ ਇਹ ਇਹਨਾਂ ਚੀਜ਼ਾਂ ਨੂੰ ਬੜੀ ਲਾਈਟਲੀ ਲੈਂਦੀ ਹੈ ਤੇ ਇਹ ਬਸ ਕਾਨੂੰਨ ਵੀ ਬਸ ਠੀਕ ਹੈ ਜੀ 295 ਲੱਗ ਗਈ ਹੈ, ਅਸੀਂ ਅੰਦਰ ਦੇਤਾ, ਬੰਦਾ ਜੀ ਆਪਣਾ ਫਰਜ਼ ਪੂਰਾ ਕਰ ਦਿੱਤਾ। ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਅਸੀਂ ਕਤਲ ਨਹੀਂ ਕਰ ਸਕਦੇ, ਅਸੀਂ ਬੰਦਾ ਨਹੀਂ ਬੰਦੀ ਬਣਾ ਸਕਦੇ, ਅਸੀਂ ਕੋਟ ਕਟਾਪਾ ਨਹੀਂ ਕਰ ਸਕਦੇ, 3 ਡਿਗਰੀ 3rd ਡਿਗਰੀ ਦੇ ਨਾਲ ਅਸੀਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਕਾਨੂੰਨ ਹੀ ਨਾ ਕੋਈ ਵੀ ਹੱਥ ਲੈਣਾ ਚਾਹੀਦਾ। ਸੋ ਤਕਲੀਫ ਇਹ ਹੈ ਕਿ ਸਰਕਾਰ ਨੂੰ ਉਹ ਏਜੰਸੀ ਲੱਭਣੀ ਚਾਹੀਦੀ ਹੈ ਜਿਹੜੇ ਇੱਦਾਂ ਦੇ ਪਾਗਲ ਬਣਾ ਕੇ, ਜਿਹਨਾਂ ਨੂੰ ਉਹ ਪਾਗਲ ਕਹਿੰਦੇ ਆ, ਜਿਨ੍ਹਾਂ ਨੂੰ ਇੰਨਾ ਕੋਟਾ ਲਵਾ ਕੇ ਕਿ ਅੱਗੇ ਤੁਰਦਾ ਹੀ ਨਹੀਂ ਕਿ ਮੈਂ ਕਰਤਾ, ਮੇਰਾ ਮਨ ਕਰਿਆ ਆ ਮੈਂ ਕਰਤਾ। ਹੁਣ ਇੱਥੇ ਆ ਕੇ ਕਿੱਥੇ ਰੁਕਦੀ ਹੈ ਗੱਲ? ਤੁਸੀਂ ਇਹ ਦੇਖੋ ਕਿ ਉਸ ਏਜੰਸੀ ਨੂੰ ਕਿੱਦਾਂ ਕੱਢਣਾ, ਨਾ ਤੁਸੀਂ ਕੱਢ ਸਕਦੇ ਤੇ ਨਾ ਮੈਂ ਕੱਢ ਸਕਦੀ। ਕੱਢ ਕੌਣ ਸਕਦਾ? ਸਰਕਾਰ ਹੀ ਕੱਢ ਸਕਦੀ। ਸਰਕਾਰਾਂ ਦੇ ਹੱਥ ਲੰਬੇ ਹੈ ਨਾ ਜੀ। ਕੋਈ ਇਨਵੈਸਟੀਗੇਸ਼ਨ ਦਿੱਲੀ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਜਾਂ ਕੋਈ ਸਟੇਟ ਦੀ ਸਰਕਾਰ ਹੋਵੇ, ਉਹੀ ਪ੍ਰਸ਼ਾਸਨ ਹੀ ਉਸ ਤਹਿ ਤੱਕ ਜਾ ਸਕਦਾ ਕਿ ਇਹਦਾ ਪਿੱਛਾ ਕਿੱਥੇ ਜੁੜਦਾ, ਉਹਦੀ ਵਾਈਫ ਕੀ ਕਰਦੀ ਹੈ, ਕਿਹਨੇ ਵਿਆਹ ਕਰਾਇਆ, ਕਿਹਨਾਂ ਨੇ ਕੀਤਾ, ਔਰ ਜਿੰਨੇ ਵੀ ਕੇਸ ਆ ਰਹੇ ਹੈ ਉਹ ਇਸੇ ਢੰਗ ਦੇ ਕਿਉਂ ਆ ਰਹੇ ਕਿ ਕਹਿ ਕੇ ਕਹਿ ਦੇਣਾ ਮੇਰਾ ਮਨ ਕਰਿਆ ਹੈ। ਸੋ ਇਹ ਤਕਲੀਫ ਹੈ ਜੀ, ਬਹੁਤ ਚਿੰਤਾ ਵੀ ਹੈ। ਪਰ ਮੈਂ ਸਾਰੇ ਸਿੱਖ ਕੌਮ ਨੂੰ ਬੇਨਤੀ ਕਰਾਂਗੀ ਕਿ ਆਪਸ ਵਿੱਚ ਉਲਝਣ ਦੀ ਬਜਾਏ, ਤਖਤਾਂ ਦੀ ਬਦਨਾਮੀ, ਗੁਰਦਾਮਾਂ ਦੀ ਬਦਨਾਮੀ ਕਰਨ ਦੀ ਬਜਾਏ ਚਿੰਤਾ ਇਹ ਕਰੋ ਕਿ ਕਿਹੜੀਆਂ ਏਜੰਸੀਆਂ ਨੇ, ਕਿਹੜੀਆਂ ਤਾਕਤਾਂ ਨੇ, ਕਿਹੜੀਆਂ ਸਰਕਾਰਾਂ ਨੇ, ਕਿਹੜੀਆਂ ਪਾਵਰਾਂ ਨੇ ਜਿਹੜੀਆਂ ਤੁਹਾਡੇ ਗੁਰੂ ਘਰਾਂ ਨੂੰ ਬਦਨਾਮ ਕਰਾਉਣਾ ਚਾਹੁੰਦੀਆਂ, ਤੁਹਾਡੇ ਗੁਰੂ ਘਰ ਦੀ ਬੇਅਦਬੀ ਕਰਾ ਕੇ ਤੁਹਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ। ਹਮੇਸ਼ਾ ਹੀ ਪਿਛਲੇ ਸਮੇਂ 'ਚ ਵੀ ਇਹੀ ਹੋਇਆ ਸੀ। ਜਿਉਂ-ਜਿਉਂ ਇੱਕ ਤਾਂ ਸਿਆਸੀ ਢਾਂਚਾ ਇਸ ਤਰ੍ਹਾਂ ਦਾ ਹੋ ਗਿਆ ਕਿ ਲੋਕਾਂ ਨੇ ਇੱਕੋ ਗੱਲ ਫੜ ਲਈ ਹੈ ਕਿ ਧਾਰਮਿਕ ਤੌਰ 'ਤੇ ਵੀ ਉਹ ਸਿਆਸਤ ਵਿੱਚ ਵੜ ਕੇ ਬਹਿ ਜਾਂਦੇ। ਉਹ ਇਹ ਨਹੀਂ ਸੋਚਦੇ ਕਿ ਹੁਣ ਬੀਬੀ ਜਗੀਰ ਕੌਰ ਇੱਥੇ ਕੀ ਕਰੂਗੀ। ਬੀਬੀ ਜਗੀਰ ਕੌਰ ਤਾਂ ਕਹਿ ਨਹੀਂ ਸਕਦੀ ਵੀ ਕਿਸੇ ਨੂੰ ਅੰਦਰ ਨਾ ਜਾਣ ਦਿਓ। ਨਾ ਪ੍ਰਧਾਨ ਕਹਿ ਸਕਦਾ ਹੈ, ਨਾ ਸਾਡੇ ਸੇਵਾਦਾਰ ਕਹਿ ਸਕਦੇ, ਨਾ ਸਿੰਘ ਸਾਹਿਬ ਕਹਿ ਸਕਦੇ ਵੀ ਅੰਦਰ ਮੱਥਾ ਉਹੀ ਟੇਕੇਗਾ ਜਿਹਦੀ ਤਲਾਸ਼ੀ ਲਵਾਂਗੇ। ਗੁਰੂ ਘਰ ਖੁੱਲ੍ਹਾ, ਚਾਰੇ ਦਰਵਾਜ਼ੇ ਖੁੱਲ੍ਹੇ ਹੈ, ਕੋਈ ਆਵੇ ਰਾਜੀ ਜਾਵੇ। ਸੋ ਇਸ ਕਰਕੇ ਅੰਦਰਲੀ ਚਿੰਤਾ ਸਾਡੀ ਵੀ ਬਹੁਤ ਹੈ। ਸਾਰੇ ਅਸੀਂ ਬੈਠੇ ਮੈਂਬਰ ਸਾਹਿਬਾਨ ਅਸੀਂ ਚਿੰਤਾ ਕਰ ਰਹੇ ਸੀ ਵੀ ਇਹਨੂੰ ਠੱਲ ਕੌਣ ਪਾਏਗਾ। ਨਾ ਤੁਸੀਂ ਪਾ ਸਕਣਾ, ਨਾ ਮੈਂ ਪਾ ਸਕਣਾ। ਠੱਲ ਪਾਵੇ ਤਾਂ ਸਰਕਾਰ ਹੀ ਪਾ ਸਕਦੀ ਹੈ। ਠੱਲ ਪਾਵੇ ਤਾਂ ਸਰਕਾਰ ਹੀ ਅੰਦਰ ਧੁਰ ਤੱਕ ਜਾ ਸਕਦੀ ਹੈ। ਇਹ ਪ੍ਰਸ਼ਾਸਨ ਢਿੱਲਾ ਹੋ ਕੇ ਬੈਠ ਜਾਂਦਾ ਹੈ ਕਿ ਅਸੀਂ ਕੀ ਕਰੀਏ ਜੀ, ਅਸੀਂ ਕੀ ਕਰੀਏ ਜੀ।
ਤਾਈਓ ਤੇ ਬੇੜਾ ਬੈਠਾ ਅੱਜ ਪੰਜਾਬ ਦਾ। ਤਾਈਓ ਤੇ ਅੱਜ ਪੰਜਾਬ ਦੇ ਚੱਪੇ ਚੱਪੇ ਉਹਦੇ ਉੱਤੇ ਅੱਜ ਜੇ ਦੁਖੀ ਹੋਏ ਲੋਕ ਬੈਠੇ ਆ। ਘਰਾਂ ਦੇ ਘਰ ਲੁੱਟੇ ਜਾ ਰਹੇ ਆ, ਘਰਾਂ ਦੇ ਘਰ ਬਰਬਾਦ ਹੋ ਗਏ ਆ, ਘਰਾਂ ਦੇ ਘਰ ਕਤਲਾਂ ਨਾਲ ਭਰੇ ਹੋਏ ਆ, ਘਰਾਂ ਦੇ ਘਰ ਤਬਾਹੀ ਹੋਈ ਪਈ ਹੈ। ਇਹਦਾ ਕਾਰਨ ਹੈ ਕਿ ਸਰਕਾਰ ਅੱਜ ਆਪਣੀ ਜ਼ਿੰਮੇਵਾਰੀ ਛੱਡ ਚੁੱਕੀ ਹੈ, ਪ੍ਰਸ਼ਾਸਨ ਆਪਣੀ ਤਾਕਤ ਗਵਾ ਚੁੱਕਾ ਹੈ। ਸੋ ਮੈਂ ਤੁਹਾਡੇ ਸਾਰਿਆਂ ਵੱਲੋਂ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਦੀ ਹਾਂ ਔਰ ਤਾੜਨਾ ਵੀ ਕਰਦੀ ਹਾਂ ਕਿ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿੱਟੇ ਜਿਹੜੇ ਆ ਗੰਭੀਰ ਬਣ ਜਾਣ। ਇਹਨਾਂ ਸਿੱਟਿਆਂ ਕਰਕੇ ਗੰਭੀਰਤਾ ਦੇ ਨਾਲ ਕਿਸੇ ਹੋਰ ਪਾਸੇ ਨੂੰ ਮੋੜ ਚੱਲ ਪਵੇ। ਅੱਗੇ ਕੌਮ ਜਿਹੜੀ ਹੈ ਬੜੀ ਭੱਠੀ ਵਿੱਚ ਪਈ ਹੋਈ ਹੈ, ਅੱਗੇ ਪੰਜਾਬ ਦੇ ਲੋਕ ਜਿਹੜੇ ਬੜੀ ਭੱਠੀ ਵਿੱਚ ਪਏ ਹੋਏ ਹੈ। ਜੇ ਤੇ ਇਸ ਪੰਜਾਬ ਦੀ ਸ਼ਾਂਤੀ ਚਾਹੁੰਦੇ ਹੈ, ਜੇ ਪੰਜਾਬ ਦੇ ਲੋਕ ਦੀ ਭਾਈਚਾਰਕ ਸਾਂਝ ਚਾਹੁੰਦੇ ਹੈ, ਜੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਕਿਸੇ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਹੈ, ਤੇ ਮੈਂ ਪ੍ਰਸ਼ਾਸਨ ਨੂੰ ਤਾੜਨਾ ਕਰਾਂਗੀ ਕਿ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ। ਇਹ ਨਹੀਂ ਕਿ ਫਲਾਣੇ ਦਾ ਕਤਲ ਹੋ ਗਿਆ ਸੀ, ਕੋਈ ਨਹੀਂ ਜੀ ਇਹਨੇ ਕਰਤਾ, ਬਿਆਨ ਦਿੱਤੇ, ਗੱਲ ਖਤਮ ਹੋ ਗਈ। ਸੋ ਗੱਲ ਇਹ ਨਹੀਂ, ਗੱਲ ਸਹੀ ਦੀ ਨਹੀਂ, ਗੱਲ ਪਏ ਦੀ ਹੁੰਦੀ ਹੈ। ਰੋਜ਼ ਇੱਕ ਇੱਕ ਕਰਕੇ ਇਸ ਤਰ੍ਹਾਂ ਦੀ ਸਾਡੀ ਪੀੜਾ ਹੁੰਦੀ ਹੈ। ਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਾਂਗੀ, ਕਈ ਵਾਰੀ ਆਪਾਂ ਕੀ ਕਰਦੇ ਹਾਂ, ਦੂਜੇ ਪਾਸੇ ਨੂੰ ਚੱਲ ਪੈਂਦੇ ਹਾਂ। ਜਿਹਨਾਂ ਦੋਸ਼ੀਆਂ ਮਗਰ ਅਸੀਂ ਜ਼ੋਰ ਲਾਉਣਾ ਉਹਨਾਂ ਵੱਲ ਘੱਟ ਲਾਉਂਦੇ ਹਾਂ, ਔਰ ਜਿਨ੍ਹਾਂ ਨੂੰ ਆਪ ਤਕਲੀਫ ਹੋਈ ਹੋਵੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਦੇ ਹਾਂ। ਸਵਾਲ ਜਵਾਬ ਕਰੋ ਜਾ ਕੇ SSP ਨੂੰ, ਸਵਾਲ ਜਵਾਬ ਕਰੋ ਉਸ ਵਿਅਕਤੀ ਨੂੰ ਜਿਹਨੇ ਕੀਤਾ, ਜਿਨ੍ਹਾਂ ਨੇ ਏਜੰਸੀਆਂ ਨੂੰ ਲੱਭੋ ਕਿ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਇੱਥੇ ਤੱਕ ਪਹੁੰਚ ਰਹੀਆਂ। ਸੋ ਮੈਂ ਸਮਝਦੀ ਹਾਂ ਕਿ ਇਹ ਬੜਾ ਵੱਡਾ ਗੰਭੀਰ ਮਸਲਾ ਹੈ। ਸਾਨੂੰ ਅੱਜ ਦੀ ਚਿੰਤਾ ਤੇ ਜਿਹੜੀ ਹੈ, ਅਗਲੀ ਚਿੰਤਾ ਬੜੀ ਹੈ ਕਿ ਸਾਡੇ ਕੋਲ ਲੱਖਾਂ ਲੋਕ ਹੁਣ ਕੱਲ ਬਾਣੇ ਵਿੱਚ ਕਿਸੇ ਵਿਅਕਤੀ ਅੱਜ ਕੱਲ੍ਹ ਨਿਹੰਗਾਂ ਦਾ ਬਾਣਾ ਪਾ ਲੈਂਦੇ ਆ ਜੀ। ਨਿਹੰਗ ਸਾਰੇ ਮਾੜੇ, ਨਿਹੰਗ ਸਿੰਘ ਦਾ ਬਾਣਾ ਬੜਾ ਪਵਿੱਤਰ ਬਾਣਾ ਹੈ, ਗੁਰੂ ਸਾਹਿਬ ਨੇ ਬਾਣਾ ਬਖਸ਼ਿਸ਼ ਕੀਤਾ। ਉਸ ਬਾਣੇ ਨੂੰ ਬਦਨਾਮ ਕਰਨ ਲਈ ਹਰਿਮੰਦਰ ਸਾਹਿਬ ਦੇ ਵਿੱਚ ਦੋ ਵਿਅਕਤੀ ਉਹ ਬਾਣਾ ਪਾ ਕੇ ਐਸੀਆਂ ਸ਼ਰਾਰਤਾਂ ਕਰ ਰਹੇ ਸੀ, ਉਹਨਾਂ ਨੂੰ ਫੜਿਆ, ਉਹਨਾਂ ਨੂੰ ਅੰਦਰ ਦਿੱਤਾ। ਸੋ ਮੈਂ ਸਮਝਦੀ ਹਾਂ ਕਿ ਇਹ ਸੁਚੇਤ ਹੈ। ਮੈਂ ਕਹਿੰਦੀ ਸੇਵਾਦਾਰ ਫਿਰ ਵੀ ਮਾੜਾ ਮੋਟਾ ਦੌੜ ਭੱਜ ਕਰਕੇ ਆਪਣੀ ਹਿੰਮਤ ਕਰਦੇ ਹੈ, ਕਿਉਂਕਿ ਇਹਨਾਂ ਨੂੰ ਵੀ ਚਿੰਤਾ ਹੁੰਦੀ ਹੈ ਆਪਣੀ ਜ਼ਿੰਦਗੀ ਦੀ। ਕਈ ਵਾਰੀ ਕੋਈ ਕਿਰਚ ਕੱਢ ਲੈਂਦਾ, ਕੋਈ ਡਾਟ ਫੜ ਕੇ ਖੜਾ ਹੋ ਜਾਂਦਾ, ਕੋਈ ਕਿਰਪਾਨ ਫੜ ਕੇ ਖੜਾ ਹੋ ਜਾਂਦਾ। ਲੇਕਿਨ ਇਹ ਬਾਣਿਆਂ ਨੂੰ ਬਦਨਾਮ ਕਰਨ ਵਾਸਤੇ ਇਹ ਲੋਕ ਵਿੱਚ ਵੜ ਗਏ, ਘੁਸਪੈਠ ਕਰ ਗਏ। ਮੈਂ ਸਮਝਦੀ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ 295 ਇਹ ਧਾਰਾ ਕਾਫੀ ਨਹੀਂ ਹੈ। ਉਹ ਧਾਰਾ ਲਾਓ ਜਿਹੜਾ ਜ਼ਿੰਦਗੀ ਭਰ ਅੰਦਰ ਕਰੇ। ਯੂਆਪਾ ਵਰਗੀ ਧਾਰਾ, ਯੂਆਪਾ ਵਰਗੀ ਧਾਰਾ ਜਿਹੜੀ ਕਿ ਅਸੀਂ ਪਹਿਲਾਂ ਵੀ ਜੌਲੀਆਂ ਪਿੰਡ 'ਚ ਮੈਂ ਲਵਾ ਕੇ ਆਈ ਸੀ UAPA। ਉਹ ਇਸ ਲਈ ਲਵਾਈ ਸੀ ਕਿ ਇਹਨਾਂ ਦੀ ਹਿੰਮਤ ਵੱਧ ਜਾਂਦੀ ਹੈ ਕਿ ਬਾਹਰ ਆ ਹੀ ਜਾਣਾ। ਅਸੀਂ 5 ਮੈਂਬਰੀ ਟੀਮ ਭੇਜੀ, ਉਹਨਾਂ ਯੂਆਪਾ ਲਵਾਇਆ। ਮੈਂ SSP ਸਾਹਿਬ ਨੂੰ ਇਹ ਬੇਨਤੀ ਕਰਾਂਗੀ ਕਿ ਇਮੀਡੀਏਟ ਤੇ ਯੂਆਪਾ ਲਵਾਓ, ਨਹੀਂ ਤਾਂ ਸਾਨੂੰ ਕੋਈ ਨਾ ਕੋਈ ਐਕਸ਼ਨ ਜਿਹੜਾ ਅੱਗੇ ਹੋ ਕੇ ਲੈਣਾ ਪਏਗਾ। ਬੀਬੀ ਜੀ, ਜਿਹੜੀ ਘਟਨਾ ਹੋਈ ਆ, ਮੰਦਭਾਗੀ ਘਟਨਾ ਹੋਈ ਹੈ, ਹੁਣ ਤੱਕ ਦੀ ਜਿਹੜੀ ਤੁਸੀਂ ਕਿਹਾ ਵੀ ਜਿਹੜੀ ਹੁਣ ਤੱਕ ਦੀ ਉਹਦੀ ਜਾਂਚ ਵਿੱਚ ਤੁਸੀਂ ਸੰਤੁਸ਼ਟ ਨਹੀਂ, ਕਿਆ ਤੁਸੀਂ ਚਾਹੋਗੇ ਕਿ ਕੋਈ ਸੈਂਟਰ ਦੀ ਜਾਂ ਪੰਜਾਬ ਦੀ ਕੋਈ ਨਿਸ਼ਪਕਸ਼ ਏਜੰਸੀ ਕਿਸ ਚੀਜ਼ ਦੀ ਮੰਗ ਕਰੋ? CBI ਦੀ ਜਾਓ। ਦੇਖੋ ਇਹਨਾਂ ਦੀ ਐਡੀ ਬੜੇ ਤਖਤ ਤੇ ਐਡੀ ਬੜੀ ਘਟਨਾ ਹੋਣੀ ਹੈ। ਇਹਨਾਂ ਦੇਖੋ ਤਖਤ ਤੇ ਹੋਵੇ, ਗੁਰਤਾਮ ਕਿਸੇ ਤੇ ਹੋਵੇ, ਘਟਨਾ ਵੱਡੀ ਘਟਨਾ ਹੀ ਹੈ, ਕੁਛ ਵੀ ਹੈ। ਗੱਲ ਇਹ ਹੈ ਕਿ ਇਹਨਾਂ ਦੀ ਅਜੇ ਤੱਕ ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਉਨੀ ਚਿਰ ਤੱਕ ਅਸੀਂ ਅਗਲੀ ਗੱਲ ਨਹੀਂ ਕਹਿ ਸਕਦੇ। ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਹੋਏਗੀ, ਇਹ ਸਾਨੂੰ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਦੇਣਗੇ, ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਾਂਗੇ। ਇੱਕ ਤਾਂ ਹੈ ਕਿ ਜਿਹੜੀ ਬਾਰ-ਬਾਰ ਗੁਰਦੁਆਰਾ ਸਾਹਿਬ ਨੂੰ ਤੁਸੀਂ ਨਿਸ਼ਾਨਾ ਬਣਾਇਆ ਜਾਂਦਾ, ਹਾਂਜੀ, ਇਹ ਕੀ ਸਿਰਜਣ ਦੀ ਕੋਸ਼ਿਸ਼ ਹੈ? ਕਿਉਂਕਿ ਬੀਤੇ ਵੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਘਟਨਾ ਹੋਈਆਂ ਸੀ, ਹੁਣ ਦੁਬਾਰਾ ਸ਼ੁਰੂ ਹੋ ਗਈਆਂ। ਤੇ ਦੂਜੀ, ਜਿਸ ਤਰ੍ਹਾਂ ਕਿ ਨਿਯਮਾਂ ਤਹਿਤ ਅਸੀਂ ਕਿਸੇ ਨੂੰ ਬਦਲ ਨਹੀਂ ਸਕਦੇ, ਜਾਣ ਤੋਂ ਰੋਕ ਨਹੀਂ ਸਕਦੇ, ਕਿਆ ਕੁਝ ਚੇਂਜਿੰਗ ਕਰ ਸਕਦੇ ਆ ਜਾਂ ਵਿਧਾਨ 'ਚ ਹੈ ਆਪਣੇ SGPC ਦੇ ਵੀ ਜਿਸ ਤਰ੍ਹਾਂ ਅੰਦਰ ਜਾਂਦਾ ਕੋਈ? ਦੇਖੋ, ਗੁਰੂ ਦਾ ਸਿਧਾਂਤ ਇਹ ਹੈ ਕਿ ਸਾਰੀ ਸੰਗਤ ਸ਼ਰਧਾ ਦੇ ਨਾਲ, ਬੜੇ ਪਿਆਰ ਤੇ ਨਿਮਰਤਾ ਦੇ ਨਾਲ ਅੰਦਰ ਆਏ। ਵੱਧ ਤੋਂ ਵੱਧ ਅਸੀਂ ਇਹੀ ਕਰ ਸਕਦੇ ਹੁੰਦੇ, ਲਾਈਨਾਂ ਲਾ ਕੇ ਅੰਦਰ ਆਵੇ। ਸੇਵਾਦਾਰ ਅਸੀਂ ਰੋਕ ਨਹੀਂ ਸਕਦੇ, ਸੰਗਤ ਨੂੰ ਰੋਕਣਾ ਸਾਡੇ ਮੁਸ਼ਕਲ ਹੋ ਜਾਂਦਾ, ਕਿਉਂਕਿ ਸੰਗਤ ਦੀ ਸ਼ਰਧਾ ਨੂੰ ਵੀ ਠੇਸ ਪਹੁੰਚਦੀ। ਮਾੜਾ ਜੇ ਕਿਸੇ ਨੂੰ ਹੱਥ ਲਾ ਕੇ ਵੀ ਕਹਿ ਦੋ ਨਾ ਰੁਕ ਜਾਓ, ਉੱਥੇ ਕਹਿੰਦੇ ਤੂੰ ਵੱਡਾ ਆ ਗਿਆ, ਮੈਨੂੰ ਨਹੀਂ ਪਤਾ ਗੁਰੂ ਘਰ ਦਾ, ਮੈਂ ਮੱਥਾ ਟੇਕਣਾ, ਸਾਨੂੰ ਵਿੱਚ ਕਿਉਂ ਰਿਚਣ ਪਾਉਂਦੇ ਹੋ? ਸੋ ਇਹ ਚੀਜ਼ਾਂ ਜਿਹੜੀਆਂ, ਕੋਈ ਗੱਲ ਨਹੀਂ, ਅਸੀਂ ਆਪੇ ਹੀ ਜੇ ਸਾਡੀ ਕੋਈ ਲੱਗਦਾ ਹੋਏਗਾ ਸਾਨੂੰ ਕਿਸ ਢੰਗ ਨਾਲ ਸੁਧਾਰ ਕਰਨੇ ਹੈ, ਸੁਧਾਰ ਕਰਾਂਗੇ। ਪਰ ਤਕਲੀਫ ਇਸ ਗੱਲ ਦੀ ਹੈ ਜੀ, ਹਰ ਇੱਕ ਵਿਅਕਤੀ ਦੇ ਉੱਤੇ ਅੱਖ ਨਹੀਂ ਰੱਖੀ ਜਾ ਸਕਦੀ। ਜਿਹੜਾ ਅੰਦਰ ਸੇਵਾਦਾਰ ਖੜਾ, ਉਹ ਵੀ ਅਕਸਰ ਬਾਣੀ ਸਰਵਣ ਕਰ ਰਿਹਾ ਹੁੰਦਾ, ਉਹਨੇ ਵੀ ਸ਼ਰਧਾ ਰੱਖੀ ਹੁੰਦੀ ਹੈ, ਉਹਦੇ ਮਨ ਵਿੱਚ ਵੀ ਗੁਰੂ ਦਾ ਭਾਵ ਹੁੰਦਾ ਕਿ ਮੈਂ ਕਿਸੇ ਨੂੰ ਨਾ ਹੀ ਛੇੜਾਂ। ਜੇ ਕੋਈ ਹੱਥ ਲਾਉਂਦਾ ਤਾਂ ਵੀ ਉਹ ਛੇਤੀ ਕਿਤੇ ਨਹੀਂ ਕਹਿ ਸਕਦਾ ਹੁੰਦਾ, ਕਿਉਂਕਿ ਜੇ ਹੁਣ ਪੁਲਿਸ ਵਾਲੇ ਹੈ, ਉਹ ਤੇ ਕਿਸੇ ਨੂੰ ਅੱਖਾਂ ਦੇਖਦੇ ਰਹਿੰਦੇ ਵੀ ਕਿਹੜਾ ਹਿਲਾ ਰਿਹਾ ਕਿਹੜਾ ਨਹੀਂ ਹਿਲਾ ਰਿਹਾ। ਹੁਣ ਸਾਨੂੰ ਵੀ ਪੁਲਿਸ ਵਾਲੇ ਕੰਮ ਕਰਨਾ ਪਏਗਾ। ਉਹ ਹੈ ਸੇਵਾਦਾਰ,
ਤੁਸੀਂ ਵੀ ਸਾਰੇ ਇੱਥੇ ਰੋਜ਼ ਰਹਿੰਦੇ ਹੋ, ਸੇਵਾਦਾਰ ਮਾੜਾ ਮੋਟਾ ਵੀ ਕਿਸੇ ਨੂੰ ਕਹਿ ਦੇਣਾ, ਉਹ ਕਹਿੰਦੇ ਤੂੰ ਸਾਨੂੰ ਅੱਖਾਂ ਵਿਖਾਣਾ। ਮਤਲਬ ਇਹ ਭਾਵਨਾ ਨਾਲ ਲੋਕ ਸੰਗਤ ਜਿਹੜੀ ਆਉਂਦੀ ਹੈ, ਉਸ ਭਾਵਨਾ ਨੂੰ ਅਸੀਂ ਤੋੜ ਨਹੀਂ ਸਕਦੇ, ਸ਼ਰਧਾ ਨੂੰ ਨਹੀਂ ਤੋੜ ਸਕਦੇ। ਚਲੋ ਗੁਰੂ ਹੀ ਭਲਾ ਕਰੇ, ਸੱਚੇ ਪਾਤਸ਼ਾਹ ਸਮਰੱਥ ਗੁਰੂ ਹੀ ਹੈ, ਉਹੀ ਇਹਨਾਂ ਦੀਆਂ ਲੋਕਾਂ ਦੀਆਂ ਹਰਕਤਾਂ ਨੂੰ ਜਿਹੜਾ ਠੱਲ ਪਾ ਸਕਦਾ ਹੈ। ਮੈਂ ਤਾਂ ਸੱਚੇ ਗੁਰੂ ਦੇ ਅੱਗੇ, ਸਮਰੱਥ ਗੁਰੂ ਦੇ ਅੱਗੇ ਅਰਦਾਸ ਕਰਦੀ, ਸੱਚੇ ਪਾਤਸ਼ਾਹ ਇਹ ਠੱਲ ਤੁਸੀਂ ਪਾਓ। ਕੋਈ ਕਾਨੂੰਨ ਇਹਨੂੰ ਨਹੀਂ ਰੋਕ ਸਕਦਾ, ਕੋਈ ਕਾਨੂੰਨ ਠੱਲ ਨਹੀਂ ਪਾ ਸਕਦਾ, ਕਿਉਂਕਿ ਲੋਕਾਂ ਦੇ ਕਾਨੂੰਨ ਹੁਣ ਸਰਕਾਰਾਂ ਦੇ ਕਾਨੂੰਨ ਨਹੀਂ ਕੋਈ ਰਹਿ ਗਏ, ਨਾ ਕੋਰਟਾਂ ਵਿੱਚ ਕੋਈ ਕਾਨੂੰਨ ਰਹਿ ਗਏ, ਨਾ ਸੱਚ ਦੀ ਆਵਾਜ਼ ਉੱਥੇ ਕੋਈ ਸੁਣੀ ਜਾਂਦੀ ਹੈ, ਤੇ ਨਾ ਸਾਡੀ ਭਾਵਨਾ ਦੀ ਆਵਾਜ਼ ਸੁਣੀ ਜਾਂਦੀ ਹੈ। ਸਾਡੀ ਭਾਵਨਾ ਦੀ ਆਵਾਜ਼ ਕੇਵਲ ਗੁਰੂ ਸੁਣ ਸਕਦਾ ਹੈ। ਉਹੀ ਇਹਨਾਂ ਪਾਪੀਆਂ ਨੂੰ, ਪਾਪੀ ਕੋ ਦੰਡ ਦਿਓ ਰੇ ਮਹਾਵਾਕ ਅਨੁਸਾਰ, ਇਹਨਾਂ ਪਾਪੀਆਂ ਨੂੰ ਠੱਲ ਪਾਵੇ ਤੇ ਇਹਨਾਂ ਨੂੰ ਕਿਤੇ ਸਮੱਤ ਬਖਸ਼ੇ ਕਿ ਇਸ ਪਾਸੇ ਤੋਂ ਹਟ ਕੇ ਸੱਚੇ ਪਾਸੇ ਵਿੱਚ ਲੱਗ ਜਾਣ। ਜੀ ਪਰਸੋਂ ਦੀ ਇਹ ਘਟਨਾ ਹੈ, ਕੱਲ ਸ਼ਾਮ ਜਿਹੜੇ ਲੋਕ ਇਕੱਠੇ ਹੋਏ ਸੀ, ਕੁਝ ਉਹਨਾਂ ਵੱਲੋਂ 2 ਪ੍ਰਵਾਸੀ ਮਜ਼ਦੂਰ ਜਿਹੜੇ ਵਿਚਾਰੇ ਪ੍ਰਸ਼ਾਦਾ ਛਕਣ ਆਏ ਸੀ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਅਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦੀ ਹਾਂ, ਮੈਂ ਵੀ ਦੇਖਿਆ ਹੁਣ ਬਾਹਰ ਵੀ ਭਰਾ ਸਾਡੇ ਬੈਠੇ, ਸਾਡੇ ਹੀ ਨਹੀਂ ਉਹ ਜੀ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ, ਸੰਗਤ ਵਿੱਚ ਦੁਬਦਾ ਨਾ ਪਾਓ, ਸੰਗਤ ਦੀ ਸ਼ਰਧਾ ਨੂੰ ਠੇਸ ਨਾ ਪਹੁੰਚਾਓ। ਸ਼ਰਧਾ ਨਾਲ ਆਉਂਦੀ ਹੈ ਸੰਗਤ, ਇਹਨਾਂ ਗੱਲਾਂ ਨਾਲ ਕੁਝ ਨਹੀਂ ਬਣਨਾ। ਜੇ ਤੁਹਾਨੂੰ ਅਸੀਂ ਖੁੱਲੇ ਛੱਡ ਦਈਏ, ਤੁਸੀਂ ਜਿਹੜਾ ਆਏਗਾ ਉਹਨੂੰ ਕੁੱਟਣ ਲੱਗ ਪਓਗੇ, ਜਿਹੜਾ ਆਏਗਾ ਮਾਰਨ ਲੱਗ ਪਓਗੇ, ਤੇ ਫਿਰ ਗੁਰੂ ਘਰ ਦੀ ਬਦਨਾਮੀ ਤਾਂ ਅਸੀਂ ਕਰ ਰਹੇ ਹਾਂ। ਗੁਰੂ ਘਰ 'ਚ ਤੇ ਪਿਆਰ ਦੀਆਂ ਝੋਲੀਆਂ ਵੱਡੀਆਂ ਜਾਂਦੀਆਂ, ਗੁਰੂ ਘਰ ਵਿੱਚ ਤੇ ਗਲਵੱਕੜੀ ਪਾਈ ਜਾਂਦੀ ਹੈ। ਕੋਈ ਮਾੜਾ ਆਵੇ ਚੰਗਾ ਆਵੇ, ਹੁਣ ਜੇ ਕੋਈ ਆਏ ਆ ਮੱਥਾ ਟੇਕਣ, ਉਹਨੂੰ ਤੁਸੀਂ ਮੱਥਾ ਟੇਕਣ ਤੋਂ ਰੋਕੋਗੇ, ਕਿੱਦਾਂ ਰੋਕ ਲਾਂਗੇ ਅਸੀਂ? ਇਹ ਤਾਂ ਹੋ ਸਕਦਾ ਜਿਹੜਾ ਆਇਆ ਉਹ ਆਪਣੇ ਸੰਜਮ ਨਾ ਆਵੇ, ਹੱਥ ਪੈਰ ਧੋ ਕੇ ਅੰਦਰ ਜਾਵੇ, ਸ਼ਰਧਾ ਨਾ ਜਾਵੇ, ਉਹਦਾ ਜਿਹੜਾ ਕਰਮ ਬਣਦਾ। ਪਰ ਅਸੀਂ ਕਿਸੇ ਨੂੰ ਡਾਂਟ ਨਹੀਂ ਸਕਦੇ, ਕਿਸੇ ਨੂੰ ਰੋਕ ਨਹੀਂ ਸਕਦੇ। ਹੁਣ ਆ ਜਿਹੜੇ ਬੈਠੇ ਨੇ ਇੱਥੇ ਭਰਾ ਸਾਡੇ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਕਾਹਦੇ ਲਈ ਅਸੀਂ ਬੈਠਣਾ। ਜਾ ਕੇ SSP ਦਾ ਸਿਰ ਪਾੜੋ ਕਿ ਸਾਨੂੰ ਇਨਸਾਫ ਦਿਓ, ਸਾਡਾ ਸੱਚ ਕੱਢੋ। ਸਾਡੀ ਜੋ ਡਿਊਟੀ ਬਣਦੀ ਸੀ ਸੇਵਾਦਾਰਾਂ ਦੀ ਕਰ ਲਈ, ਸੇਵਾਦਾਰਾਂ ਨੇ ਫੜ ਕੇ ਉਹਨੂੰ ਅੰਦਰ ਦੇ ਦਿੱਤਾ। ਇਹ ਤੇ ਹੁਣ ਡਿਊਟੀ ਬਣਦੀ ਹੈ ਪ੍ਰਸ਼ਾਸਨ ਦੀ ਕਿ ਸਖਤੀ ਨਾਲ ਉਹਨਾਂ ਕੜੀਆਂ ਨੂੰ ਜੋੜੇ, ਜਿਹੜੀਆਂ ਕੜੀਆਂ ਜੁੜ ਰਹੀਆਂ ਨੇ, ਔਰ ਇਹ ਕੱਢੇ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ, ਕਿੱਦਾਂ ਥਾਂ ਥਾਂ ਦੇ ਉੱਤੇ ਹੋ ਰਿਹਾ ਹੈ। ਔਰ ਸਾਰਿਆਂ ਨੂੰ ਚੁੱਪ ਇੱਥੇ ਆ ਜਾਂਦੀ, ਆ ਕੇ ਸਭ ਦਾ ਇੱਕੋ ਤਰੀਕਾ ਲੱਭ ਲਿਆ ਉਹਨਾਂ ਨੇ। ਸਰਕਾਰ ਦੇ ਪ੍ਰਸ਼ਾਸਨ ਨੇ ਵੀ ਭਈ ਜੀ ਆ ਜਾਓ, ਤੁਹਾਡੀ ਤਸੱਲੀ ਕਰਾ ਦਿੰਦੇ ਹਾਂ ਜੀ। ਉੱਥੇ ਵੀ ਇੱਦਾਂ ਹੀ ਹੋਇਆ ਜੌਲੀਆ, 5 ਬੰਦੇ ਦੇ ਦਿਓ ਜੀ। ਹੁਣ ਇਹ ਬੰਦੇ ਤੇ ਜਾ ਕੇ ਪੁੱਛ ਹੀ ਸਕਦੇ ਨੇ, ਏਜੰਸੀ ਨਹੀਂ ਨਾ ਲੱਭ ਸਕਦੇ, ਏਜੰਸੀ ਤੋਂ ਉਹੀ ਲੱਭਣਗੇ। ਜੇ ਇਹ ਭਾਂਪ ਗਏ ਹੈ ਕਿ ਕਿਸੇ ਏਜੰਸੀ ਨਾਲ ਜੁੜਿਆ ਲੱਗਦਾ ਬੰਦਾ ਕੋਈ ਟ੍ਰੇਨਡ ਕੀਤਾ ਹੋਇਆ, ਬੰਦੇ ਨੂੰ ਹਿਪਨੋਟਾਈਜ਼ ਕਰਕੇ ਤਿਆਰ ਕਰਦੇ ਆ। ਉਹ ਵੀ ਜੌਲੀਆਂ ਵੀ ਇੱਦਾਂ ਹੀ ਲੱਗਦਾ ਸੀ, ਜਦੋਂ ਕਹਿੰਦੀ ਕਿ ਮੈਂ ਦੁਖੀ ਸੀ, ਮੈਂ ਅਰਦਾਸਾਂ ਬੜੀਆਂ ਕਰਦੀ ਸੀ, ਤੇ ਮੈਂ ਜਾ ਕੇ ਜਦੋਂ ਅਰਦਾਸ ਕੀਤੀ ਮੇਰੀ ਪੂਰੀ ਨਹੀਂ ਹੋਈ, ਮੈਂ ਲਿਆ ਕੇ ਅੱਗ ਲਾਤੇ। ਇਹ ਕੋਈ ਹੈ? ਇਹਨੇ ਵੀ ਕਿਹਾ ਕਿ ਮੈਂ ਆਇਆ ਸੀ, ਸ਼ਰਧਾ ਸੀ, ਮੇਰਾ ਮਨ ਕਰਿਆ ਆਇਆ ਤੇ ਮੈਂ ਉੱਥੇ ਸੁੱਟ ਦਿੱਤੀ। ਮਤਲਬ ਇੱਥੇ ਆ ਕੇ ਇਹ ਆ ਕੇ ਮਨ ਆਏ ਦੀ ਗੱਲ ਕਰਦੇ। ਫਿਰ ਦੇਖੋ ਕੋਈ ਦੌੜਾ ਨਹੀਂ, ਉਹ ਬੀਬੀ ਵੀ ਕੋਈ ਦੌੜੀ ਨਹੀਂ, ਜਾ ਕੇ ਉਹਨੇ ਆਪਣੇ ਘਰ ਬੈਠ ਗਈ, ਰੋਟੀਆਂ ਪਕਾ ਰਹੀ ਹੈ, ਉਹਨੂੰ ਜਾ ਕੇ ਉੱਥੇ ਕਰੋ ਫੜੀ। ਇਹ ਵੀ ਇੱਦਾਂ ਹੀ ਦੌੜਿਆ ਨਹੀਂ ਸਗਾ, ਉਹ ਪਟਕਾ ਜਿਹਾ ਲਾ ਲਿਆ ਵੀ ਸ਼ਾਇਦ ਹੋਰ ਵੀ ਅਦਵੀ ਕੀਤੀ, ਵੀ ਨੰਗਾ ਸਿਰ ਕਰ ਲਿਆ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਕਿੱਦਾਂ ਤਰੀਕਾ ਸਿਖਾਇਆ ਜਾਂਦਾ, ਇਹ ਕੌਣ ਨੇ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਹੈ? ਇਹ ਸਾਡੇ ਤੇ ਗੁਰੂ ਅੱਗੇ ਅਰਦਾਸ ਹੈ, ਵੱਡੀ ਅਰਦਾਸ ਤੇ ਮੇਰੀ ਤੇ ਗੁਰੂ ਅੱਗੇ ਹੀ। ਮੈਂ ਕਿਸੇ ਵਿਅਕਤੀ ਤੋਂ ਆਸ ਨਹੀਂ ਰੱਖਦੀ ਕਿ ਇਹ ਇਨਸਾਫ ਮਿਲੇ, ਪਰ ਸੁਚੇਤ ਹੋਈਏ ਆਪਾਂ ਸਿੱਖ ਸੰਗਤ ਵੀ ਇਹਨਾਂ ਦੀਆਂ ਗੱਲਾਂ ਪਿੱਛੇ ਆ ਕੇ, ਇਹਨਾਂ ਦੀਆਂ ਚਾਲਾਂ ਪਿੱਛੇ ਆ ਕੇ, ਇਹਨਾਂ ਦੀਆਂ ਸ਼ਰਾਰਤਾਂ ਪਿੱਛੇ ਆ ਕੇ ਅਸੀਂ ਨਾ ਆਪਸ ਵਿੱਚ ਕਲੈਸ਼ ਪਾਈਏ, ਅਸੀਂ ਨਾ ਵੰਡੇ ਜਾਈਏ। ਸਾਡੀ ਭਾਈਚਾਰਕ ਸਾਂਝ ਜਿਹੜੀ ਹੈ ਉਹਦੇ 'ਚ ਕੁੜੱਤਣ ਨਾ। ਤੁਸੀਂ ਬੀਬੀ ਜੀ ਧਰਨੇ ਦੀ ਗੱਲ ਕੀਤੀ ਕਿ SSP ਦਫ਼ਤਰ ਦੇ ਅੱਗੇ ਨਾ ਭਰਾਵਾਂ ਨੂੰ ਧਰਨਾ ਲਾਉਣਾ ਚਾਹੀਦਾ, ਜੇ ਲੋੜ ਪਈ ਤਾਂ ਨਹੀਂ ਚਲ ਮੇਰੀ ਤਾਂ ਅਗਲੀ ਗੱਲ ਛੱਡੋ ਜੀ, ਲੋੜ ਪਈ ਤੇ ਮੈਂ ਅਸੀਂ ਜੇ ਸ਼੍ਰੋਮਣੀ ਕਮੇਟੀ ਦੇ ਆਪਣੇ ਕੋਈ ਰੂਲਸ ਨੇ, ਆਪਣੇ ਹਿਸਾਬ ਨਾਲ ਚੱਲਦੀ ਹੈ ਸ਼੍ਰੋਮਣੀ ਕਮੇਟੀ ਦੀ ਆਪਣੀ ਕੋਈ ਸਿਧਾਂਤ ਨੇ। ਇਹ ਮੇਰਾ ਕਹਿਣ ਤੋਂ ਭਾਵ ਕਿ ਇੱਥੇ ਤੇ ਜਿਹੜਾ ਕੰਮ ਹੋਣਾ ਸੀ ਹੋ ਗਿਆ, ਜੋ ਡਿਊਟੀ ਬਣਦੀ ਸੀ ਸੇਵਾਦਾਰਾਂ ਨੇ ਕਰ ਦਿੱਤੀ। ਸੇਵਾਦਾਰ ਹੁਣ ਥਾਣੇ ਪਹੁੰਚਾ ਸਕਦਾ ਸੀ, ਸੇਵਾਦਾਰ ਫੜ ਸਕਦੇ ਸੀ, ਉਹਨਾਂ ਕਰ ਲਈ। ਹੁਣ ਅਗਲੀ ਡਿਊਟੀ ਸਰਕਾਰ ਦੀ ਹੈ, ਪ੍ਰਸ਼ਾਸਨ ਦੀ ਹੈ। ਇਹ ਭਰਾ ਜਾ ਕੇ ਉੱਤੇ ਪ੍ਰੈਸ਼ਰ ਬਣਾਉਣ ਕਿ ਸੱਚ ਕੱਢੋ, ਸੱਚ ਕੱਢੋ, ਸੱਚ ਉੱਥੋਂ ਨਿਕਲਣਾ। ਹੁਣ ਇਸ ਵੇਲੇ ਪ੍ਰਸ਼ਾਸਨ ਦੀ ਡਿਊਟੀ ਹੈ ਸੱਚ ਕੱਢਣਾ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਮੈਂ ਨਿੰਦਾ ਕਰਦੀ ਹੈ ਉਹਨਾਂ ਲੋਕਾਂ ਦੀ, ਮਾੜੀਆਂ ਹਰਕਤਾਂ ਨਾ ਕਰਨ, ਬਾਜ਼ ਆ ਜਾਣ, ਕਿਤੇ ਇਹ ਨਾ ਹੋਵੇ ਕੌਮ ਦੇ ਵਿੱਚ ਵੰਡੀਆਂ ਪਾ ਕੇ ਕੌਮ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਲੋਕਾਂ ਦਾ ਭਲਾ ਕਿਤੇ ਨਹੀਂ ਹੋਣਾ। 1984 ਤੋਂ ਪਹਿਲਾਂ ਵੀ ਅਜਿਹੀਆਂ ਘਟਨਾ ਹੋਈਆਂ ਸੀ, ਗੁਰਦੁਆਰਿਆਂ ਦੇ ਵਿੱਚ ਬੀੜੀਆਂ ਸੁੱਟੀਆਂ ਗਈਆਂ ਸੀ ਮੰਦਰਾਂ ਦੇ ਵਿੱਚ। ਕੀ ਲੱਗਦਾ ਜੀ? ਤੁਸੀਂ ਵੀ ਦੇਖ ਲਓ ਉਹਦਾ ਰਿਜ਼ਲਟ ਕੀ ਨਿਕਲਿਆ ਸੀ, ਉਹਦਾ ਰਿਜ਼ਲਟ ਕੀ ਨਿਕਲਿਆ ਸੀ। ਕਿੱਥੇ
84 ਦਾ ਕਤਲੇਆਮ ਪਹਿਲਾਂ ਇੱਥੇ ਹੋਇਆ, ਹਮਲੇ ਹੋਏ, ਉਸ ਤੋਂ ਬਾਅਦ 84 ਦਾ ਕਤਲੇਆਮ ਹੋਇਆ। ਸਾਰੇ ਸਾਡੀ ਜਿਹੜੀ ਸੀਗੀ ਕੀ ਕਹਿੰਦੇ ਨਸਲਕੁਸ਼ੀ ਕਰ ਦਿੱਤੀ, ਕਰਨ ਦੇ ਯਤਨ ਕੀਤੇ। ਇਹ ਜਿਹੜੇ ਇਹੋ ਜਿਹੇ ਭਿਆਨਕ ਸਿੱਟੇ ਹੈ ਉਦੋਂ ਨਿਕਲਦੇ ਆ ਜਦੋਂ ਇੱਦਾਂ ਦੀ ਸ਼ਰਾਰਤਾਂ ਹੁੰਦੀਆਂ। ਸੋ ਇਹਨਾਂ ਸ਼ਰਾਰਤਾਂ ਨੂੰ ਸਮਝਣ ਵਾਸਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦੀ, ਸਾਰਿਆਂ ਨੂੰ ਮਿਲ ਬੈਠ ਕੇ ਵਿਚਾਰ ਕਰਿਆ ਕਰੋ, ਉੱਚੀ ਸੁੱਚੀ ਵਿਚਾਰ ਰੱਖੋ। ਇਹਨਾਂ ਨਾਲ ਕੁਝ ਨਹੀਂ ਹੋਣਾ ਕਿ ਮੈਂ ਜੋ ਮਰਜ਼ੀ ਬੋਲ ਦੇਵਾਂ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਤੇ ਸਾਡੀ ਬੱਲੇ ਬੱਲੇ ਹੋ ਜਾਏਗੀ, ਵਾਹਵਾ ਖੱਟ ਲਾਂਗੇ, ਇਹਨਾਂ ਗੱਲਾਂ ਨਾਲ ਕੁਝ ਨਹੀਂ ਹੋਣਾ। ਜੋ ਸੱਚਾਈ ਦੀ ਗੱਲ ਹੈ ਉਧਰ ਨੂੰ ਤੁਰਨਾ ਚਾਹੀਦਾ। ਜਿਹੜੇ ਸੇਵਾਦਾਰਾਂ ਨੇ ਪਕੜਿਆ ਉਸ ਦੋਸ਼ੀ ਨੂੰ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਮਤਲਬ ਕਿ ਨਵਾਜੇਗੀ ਜਾਂ ਕੋਈ ਉਹ ਦੇਗੀ? ਬੇਟਾ ਸੇਵਾਦਾਰ ਸਾਡੇ ਨੇ, ਉਹਨਾਂ ਡਿਊਟੀ ਕੀਤੀ ਹੈ, ਠੀਕ ਹੈ ਜੀ, ਉਹਨਾਂ ਦੀ ਸ਼ਾਬਾਸ਼, ਸਨਮਾਨ ਸੰਸਥਾ ਸਨਮਾਨ ਇਹੀ ਸ਼ਾਬਾਸ਼, ਸੰਸਥਾ ਦੇ ਮੁਖੀ ਦੀ ਸ਼ਾਬਾਸ਼ ਜਿਹੜੀ ਹੈ ਉਹ ਆਪਣੇ ਸੇਵਾਦਾਰ ਦੀ ਬਹੁਤ ਵੱਡੀ ਖੁਰਾਕ ਹੈ ਜਿਹੜੀ ਕੱਲ ਇੱਥੇ ਔਰ ਵੱਡੀ ਖੁਰਾਕ ਹੈ। ਕੁੱਟਮਾਰ ਹੋਈ ਹੈ ਉਹਨਾਂ ਨੂੰ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ। ਉਹਦੀ ਸ਼੍ਰੋਮਣੀ ਕਮੇਟੀ ਕੁਛ ਨਹੀਂ, ਮੈਂ ਤੇ ਦੇਖੋ ਜੀ ਬੇਨਤੀ ਕਰਾਂਗੀ ਕਿ ਨਾ ਸ਼ਰਾਰਤਾਂ ਇਹੋ ਜਿਹੀਆਂ ਕਰੀਏ ਜਿਹਦੇ ਨਾਲ ਲੋਕਾਂ ਵਿੱਚ ਦਹਿਸ਼ਤ ਪਵੇ, ਲੋਕਾਂ ਦੇ ਵਿੱਚ ਪਰੇਸ਼ਾਨੀ ਪਵੇ, ਔਰ ਇਸ ਸੰਸਥਾ ਦਾ, ਇਸ ਤਖਤ ਦਾ ਨਾਮ ਬਾਰ-ਬਾਰ ਅਖਬਾਰਾਂ ਵਿੱਚ ਨੈਗੇਟਿਵਿਟੀ ਫੈਲਾਉਣ ਵਿੱਚ ਜਾਵੇ। ਇਹ ਤਖਤ ਉੱਚਾ ਤੇ ਸੁੱਚਾ ਹੈ, ਇੱਥੋਂ ਤੇ ਗੁਰੂ ਨੇ ਸਾਨੂੰ ਜੀਵਨ ਦਿੱਤਾ, ਅਸੀਂ ਜੀਵਨ ਲੈ ਕੇ ਜਾਣਾ ਹੈ। ਸਗੋਂ ਜਿਹੜਾ ਕੋਈ ਗੁੰਮਰਾਹ ਹੋਇਆ, ਜਿਹੜਾ ਕੋਈ ਪਾਸੇ ਹਟਿਆ, ਉਹਨੂੰ ਵੀ ਅਸੀਂ ਬੁੱਕਲ ਵਿੱਚ ਲੈਣਾ। ਜੀ ਇੱਕ ਆਖਰੀ ਤੇ ਅਹਿਮ ਸਵਾਲ ਹੈ, ਧਰਮ ਪ੍ਰਚਾਰ ਕਰਨਾ ਹਰ ਸੰਸਥਾ ਦਾ ਕੰਮ ਹੈ, ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ ਨਿਰੰਤਰ। ਪਿੰਡ ਪਿੰਡ ਜਿੱਦਾਂ ਗੁਰਦੁਆਰਾ ਸਾਹਿਬ ਨੇ, ਮਹਾਰਾਜ ਦਾ ਸਰੂਪ ਹੈ, ਕੀ ਕਹਿਣਾ ਚਾਹੋਗੇ ਭਵਿੱਖ ਵਿੱਚ? ਇਹ ਤਾਂ ਵੱਡੇ ਤੱਕ ਦੀ ਚਲੋ ਗੱਲ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਤੋਂ ਬਚਣ ਲਈ ਕੀ ਸੁਝਾਅ ਹੈ ਭਵਿੱਖ ਦੇ? ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿੰਨੇ ਲੋਕਲ ਪਿੰਡਾਂ ਦੇ ਗੁਰਦੁਆਰੇ ਹੈ ਉਹਨਾਂ ਦੇ ਪ੍ਰਬੰਧ ਲੋਕਲ ਸੰਗਤਾਂ ਦੇ ਹੁੰਦੇ ਆ। ਲੋਕਲ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਤੁਹਾਡੇ ਗੁਰਦੁਆਰੇ ਆ, ਆਪ ਗੁਰਦੁਆਰੇ ਸੇਵਾ ਸੰਭਾਲ ਵਾਸਤੇ ਚੰਗੇ ਸੁਚੱਜੇ ਪ੍ਰਬੰਧ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹੈ, ਪੂਰੇ ਸੇਵਾਦਾਰ ਰੱਖੇ ਗਏ ਹੈ, ਪੂਰਾ ਤਾਇਨਾਤੀ ਰੱਖੀ ਗਈ ਹੈ। ਜੇ ਕੋਈ ਗੱਲ ਵੀ ਹੁੰਦੀ ਹੈ ਤੇ ਇਮੀਡੀਏਟ ਉਸ ਨੂੰ ਉਹਦਾ ਹੱਲ ਕੱਢਿਆ ਜਾਂਦਾ ਹੈ। ਸਾਰੇ ਗੁਰਦੁਆਰੇ, ਅੱਬਲ ਤੇ ਗੁਰਦੁਆਰੇ ਘੱਟ ਹੋਣੇ ਚਾਹੀਦੇ, ਗੁਰਦੁਆਰੇ ਪਿੰਡਾਂ 'ਚ ਇੱਕ ਹੋਣਾ ਚਾਹੀਦਾ। ਜੇ ਕੋਈ ਵੱਡੇ ਗੁਰਦੁਆਰੇ 'ਚ ਬਣ ਵੀ ਗਏ ਹੈ, ਅਸੀਂ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ, ਪਰ ਬੇਨਤੀ ਜ਼ਰੂਰ ਕਰ ਸਕਦੇ ਹਾਂ ਕਿ ਸਾਰੇ ਸੁਚੇਤ ਹੋ ਕੇ ਰਹਿਣ। ਸ਼ਰਾਰਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋ ਸਕਦੀਆਂ ਹਨ, ਫਿਰ ਬਾਅਦ ਵਿੱਚ ਭੰਬਲ ਭੂਸਾ ਸੰਗਤਾਂ 'ਚ ਪੈਂਦਾ, ਸੰਗਤਾਂ ਪਾੜਦੀਆਂ ਹਨ, ਸੰਗਤਾਂ ਲੜਦੀਆਂ ਹਨ। ਉਹਨਾਂ ਸਾਰਿਆਂ ਦੀ ਇੱਕੋ ਹੱਲ ਹੈ ਕਿ ਆਪਾਂ ਜਿਹੜੇ ਗੁਰਦੁਆਰੇ ਅਸੀਂ ਸਥਾਪਿਤ ਕੀਤੇ ਹੈ, ਉਹਨਾਂ ਗੁਰਦੁਆਰੇ ਦੀ ਸੇਵਾ ਸੰਭਾਲ ਪੂਰੇ ਸੇਵਾਦਾਰ ਰੱਖੀਏ, ਚੰਗੇ ਸੁਚੱਜੇ ਗ੍ਰੰਥੀ ਰੱਖੀਏ, ਔਰ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਬੜੀ ਸੂਝਵਾਨ ਹੋਵੇ ਤਾਂ ਜੋ ਆਪਣੇ ਚੰਗੇ ਪ੍ਰਬੰਧ ਚਲਾ ਸਕੇ। ਠੀਕ ਹੈ। ਮਿਹਰਬਾਨੀ। ਕੋਈ ਬੈਠੋ। ਹਾਂਜੀ। ਦੇਖੋ